Hello students, today our topic is calculation of DC distribution। मतलब AC distribution DC distribution आप पढ़े ਹੁਣ ਆਪਾਂ ਜਿਹੜੇ DC distribution ਆ ਉਹਦੇ ਵਿੱਚ ਉਹਦੇ ਵੋਲਟੇਜ ਡ੍ਰੌਪਸ ਲਾਈਨ ਦੇ ਕਿਸ ਤਰ੍ਹਾਂ ਕੈਲਕੂਲੇਟ ਕਰਨੇ ਆ ਜਾਂ ਇੱਕ ਪਾਰਟਿਕੂਲਰ ਸੈਕਸ਼ਨ ਦਾ ਕਿੱਦਾਂ ਆਪਾਂ ਰੈਜ਼ਿਸਟੈਂਸ ਕੈਲਕੂਲੇਟ ਕਰਨੀ ਆ ਜਾਂ ਕਿਸੇ ਪਾਰਟਿਕੂਲਰ ਪੁਆਇੰਟ ਤੇ ਕਿੱਦਾਂ ਵੋਲਟੇਜ ਦੇਖਣੀ ਆ ਵੀ ਕਿੰਨੀ ਇਸ ਲੋਡ ਪੁਆਇੰਟ ਤੇ ਵੋਲਟੇਜ ਹੈਗੀ ਆ ਉਹ ਕੈਲਕੂਲੇਸ਼ਨਸ ਜਿਹੜੀਆਂ ਡਿਫਰੈਂਟ ਫੀਡਰ ਦੇ ਨੂੰ ਆਪਾਂ ਮੰਨ ਕੇ ਚੱਲਾਂਗੇ। ਦੇਖੋ ਪਹਿਲਾਂ ਇਹਦੇ ਵਿੱਚ ਲਿਖਦਾ DC ਡਿਸਟ੍ਰੀਬਿਊਟਰ ਫੈਡ ਐਟ ਵਨ ਐਂਡ, ਮਤਲਬ ਇੱਕ DC ਡਿਸਟ੍ਰੀਬਿਊਟਰ ਆ ਜਿਹਨੂੰ ਕਿ ਆਪਾਂ ਸਪਲਾਈ ਜਿਹੜੀ ਇੱਕ ਸਿਰੇ ਤੋਂ ਦੇ ਰਹੇ ਹਾਂ। ਦੂਜਾ ਹੈ ਡਿਸਟ੍ਰੀਬਿਊਟਰ ਫੈਡ ਐਟ ਬੋਥ ਹੈਂਡਸ, ਇੱਕ ਕੋਈ ਡਿਸਟ੍ਰੀਬਿਊਟਰ ਨੂੰ ਦੋਨੋਂ ਪਾਸੋਂ ਸਪਲਾਈ ਆ ਰਹੀ ਹੈ ਤਾਂ ਉਹਦੀ ਕੈਲਕੂਲੇਸ਼ਨ ਕਿਸ ਤਰ੍ਹਾਂ ਕਰਾਂਗੇ। ਡਿਸਟ੍ਰੀਬਿਊਟਰ ਫੈਡ ਐਟ ਸੈਂਟਰ, ਕੋਈ ਡਿਸਟ੍ਰੀਬਿਊਟਰ ਆ ਆਪਾਂ ਨਾ ਉਹਦੇ ਇੱਕ ਕਾਰਨਰ 'ਚ ਸਪਲਾਈ ਦਿੱਤੀ ਹੈ ਨਾ ਦੋਨੋਂ ਕਾਰਨਰਸ ਦਿੱਤੀ ਹੈ ਬਲਕਿ ਉਹਦੇ ਸੈਂਟਰ 'ਚ ਸਪਲਾਈ ਦਿੱਤੀ ਹੈਗੀ ਆ। ਐਂਡ ਲਾਸਟ ਵਨ ਹੈਗਾ ਆ ਰਿੰਗ ਡਿਸਟ੍ਰੀਬਿਊਟਰ, ਮਤਲਬ ਰਿੰਗ ਜਿਹੜਾ ਡਿਸਟ੍ਰੀਬਿਊਟਰ ਆ ਉਹਦੀ ਕਿੱਦਾਂ ਕੈਲਕੂਲੇਸ਼ਨ ਕਰਨੀ ਆ। ਇਹ ਹੈ ਜਿਹੜਾ ਆਪਣਾ ਟੌਪਿਕ ਹੈਗਾ ਅੱਜ ਦਾ। ਹੁਣ ਦੇਖੋ ਇਹਦੇ ਵਿੱਚ ਆਪਾਂ ਪਹਿਲਾ ਟੌਪਿਕ ਲੈਂਦੇ ਹਾਂ DC ਡਿਸਟ੍ਰੀਬਿਊਟਰ ਫੈਡ ਐਟ ਵਨ ਐਂਡ, ਮਤਲਬ ਇੱਕ ਐਂਡ 'ਤੇ ਸਪਲਾਈ ਮੰਨ ਕੇ ਆਪਾਂ ਚੱਲਦੇ ਹਾਂ ਵੀ ਕੋਈ ਡਿਸਟ੍ਰੀਬਿਊਟਰ ਨੂੰ ਆਪਾਂ ਇੱਕ ਸਿਰੇ ਤੋਂ ਇੱਕ ਕਾਰਨਰ ਦੇ ਵਿੱਚ ਆਪਾਂ ਉਹਨੂੰ ਸਪਲਾਈ ਦਿੱਤੀ ਹੋਈ ਆ, ਮਤਲਬ ਫੀਡਿੰਗ ਦਿੱਤੀ ਹੋਈ ਆ, ਬਾਕੀ ਸਾਰੇ ਡਿਸਟ੍ਰੀਬਿਊਟਰ ਉਹਦੇ ਥਰੂ ਸਪਲਾਈ ਜਾ ਰਹੀ ਹੈਗੀ ਆ। ਇਹ ਆਪਣਾ ਹੈ ਅੱਜ ਦਾ ਟੌਪਿਕ ਜਿਹੜਾ ਹੁਣ ਆਪਾਂ ਡਿਸਕਸ ਕਰਨ ਲੱਗੇ ਆ। ਅਤੇ ਇਹਦੇ ਵਿੱਚ ਲੋਡਿੰਗ ਜਿਹੜੀ ਆ ਉਹ ਕੰਸਨਟਰੇਟਡ ਹੈਗੀ। ਕੰਸਨਟਰੇਟਡ ਦਾ ਇੱਕ ਪਾਰਟੀਕੂਲਰ ਪੁਆਇੰਟਸ 'ਤੇ ਆਪਾਂ ਲੋਡਿੰਗ ਮੰਨ ਕੇ ਚੱਲਦੇ ਹਾਂ, ਜਿੱਦਾਂ ਡਿਸਟ੍ਰੀਬਿਊਟ ਨਹੀਂ ਕੀਤੀ ਹੋਈ ਇੱਕ ਪੁਆਇੰਟ 'ਤੇ C 'ਤੇ ਇੰਨਾ ਲੋਡ ਹੈ, D 'ਤੇ ਇੱਦਾਂ ਕੰਸਨਟਰੇਟਡ ਲੋਡਿੰਗ ਹੈਗੀ ਇਹ। ਇਹਦੇ ਵਿੱਚ ਦੇਖੋ ਕਹਿੰਦਾ ਫਿਗਰ ਸ਼ੋਜ਼ ਦਾ ਸਿੰਗਲ ਲਾਈਨ ਡਾਇਗਰਾਮ ਆਫ 2 ਵਾਇਰ DC ਡਿਸਟ੍ਰੀਬਿਊਟਰ, 2 ਵਾਇਰ ਸਿਸਟਮ ਹੈਗਾ DC ਦਾ, ਅਤੇ AB ਡਿਸਟ੍ਰੀਬਿਊਟਰ ਦਾ ਨਾਮ ਹੈ AB ਫੈਡ ਐਟ ਵਨ ਐਂਡ A ਇੱਕ ਸਾਈਡ ਤੋਂ ਫੀਡਿੰਗ ਦਿੱਤੀ। ਦੇਖੋ ਐਰੋ ਦੇਖ ਸਕਦੇ ਤੁਸੀਂ ਡਾਇਗਰਾਮ ਦੇ ਵਿੱਚ, ਇੱਕ ਐਰੋ ਤੋਂ A ਤੋਂ ਇਹਨੂੰ ਫੀਡਿੰਗ ਦਿੱਤੀ, ਸਪਲਾਈ ਦਿੱਤੀ ਹੋਈ ਆ। ਹੈਵੀ ਕੰਸਨਟਰੇਟਡ ਲੋਡਸ ਦਿੱਤੇ ਹੋਏ ਆ ਕੁਛ, ਇੱਕ ਹੈ C L1 I1, D ਤੇ I2 ਤੇ E ਤੇ I3 ਤੇ ਲਾਸਟ ਵਨ F ਤੇ I4। ਇਸ ਤਰ੍ਹਾਂ ਇੱਕ ਡਿਸਟ੍ਰੀਬਿਊਟਰ ਬਣਿਆ ਹੋਇਆ ਦਿਖਾ ਰਹੇ ਆਪਾਂ ਨੂੰ ਸਕਰੀਨ ਤੇ, ਦੇਖੋ ਤੁਸੀਂ ਦੇਖ ਸਕਦੇ ਹੋ ਇੱਕ ਡਿਸਟ੍ਰੀਬਿਊਟਰ ਬਣਿਆ। ਇਹਦੇ ਲੈਫਟ ਸਾਈਡ ਤੋਂ ਤੁਸੀਂ ਦੇਖੋ ਪੁਆਇੰਟ A C D E F ਤੇ B, ਮਤਲਬ ਇੱਕ ਡਿਸਟ੍ਰੀਬਿਊਟਰ AB ਹੈਗਾ, ਉਹਦੇ 'ਚ ਲੋਡ ਪੁਆਇੰਟਸ ਹੈਗੇ ਆ C D E ਤੇ F। ਇਸ ਤਰ੍ਹਾਂ ਹੈ ਅਤੇ ਲੋਡ ਪੁਆਇੰਟਸ ਦੇ ਉੱਤੇ C ਦੇ ਉੱਤੇ I1 ਫਿਰ I2 I3 ਤੇ I4, ਇਸ ਤਰ੍ਹਾਂ ਇਹ ਲੋਡ ਦਿੱਤਾ ਹੋਇਆ। ਇਹਦੇ ਨਾਲ ਦੇਖੋ ਥੱਲੇ ਲਿਖਿਆ ਹੋਇਆ ਕਹਿੰਦਾ ਲੈਟ R1 R2 R3 R4 R1 R2 R3 and R4 be the resistances of both wire, resistances of both wire। DC 2 ਵਾਇਰ ਸਿਸਟਮ ਆ, ਆਪਾਂ ਇੱਕ ਤਾਰ ਲਈਏ ਕਿਉਂਕਿ ਸਿੰਗਲ ਲਾਈਨ ਡਾਇਗਰਾਮ ਆ, ਲੇਕਿਨ ਇਹਦੇ 'ਚ ਦੋ ਤਾਰਾਂ, ਕਹਿੰਦਾ ਦੋਨਾਂ ਤਾਰਾਂ ਦੀ ਜਿਹੜੀ ਰੈਜ਼ਿਸਟੈਂਸ ਉਹ R1 R2 R3 ਤੇ R4 ਹੈਗੀ ਆ। ਗੋ ਐਂਡ ਰਿਟਰਨ, ਮਤਲਬ ਦੋ ਤਾਰਾਂ ਇੱਕ ਪਾਸਿਓਂ ਗਏ ਫਿਰ ਦੂਜੇ ਪਾਸਿਓਂ ਕਰੰਟ ਵਾਪਸ ਆਇਆ, ਦੋਨਾਂ ਤਾਰਾਂ ਦੀ ਜਿਹੜੀ ਆ ਰੈਜ਼ਿਸਟੈਂਸ ਜਿਹੜੀ ਉਹ ਦਿੱਤੀ ਹੋਈ ਆ R1 R2 R3 ਤੇ R4। ਕਿਹਦੀ ਆਫ ਸੈਕਸ਼ਨ AC। ਹੁਣ ਉੱਪਰ ਦੇਖੋ ਡਾਇਗਰਾਮ ਦੇ ਵਿੱਚ ਪਹਿਲਾਂ AC ਦੇ ਸੈਕਸ਼ਨ ਦੇ ਵਿੱਚ ਦੇਖੋ R1 ਲਿਖਿਆ ਹੋਇਆ, ਇੱਦਾਂ ਫਿਰ CD ਸੈਕਸ਼ਨ ਦੇ ਵਿੱਚ R2 ਲਿਖਿਆ, ਇੱਦਾਂ D ਸੈਕਸ਼ਨ ਦੇ ਵਿੱਚ R3 ਲਿਖਿਆ, ਇੱਦਾਂ EF ਸੈਕਸ਼ਨ ਦੇ ਵਿੱਚ R4 ਲਿਖਿਆ। ਇਸ ਤਰ੍ਹਾਂ ਇਹ ਮਤਲਬ ਇੱਕ ਡਾਇਗਰਾਮ ਦੇ ਵਿੱਚ ਸੈਕਸ਼ਨ ਕੀਤੇ ਹੋਏ ਆਪਾਂ, ਜਿੱਥੇ ਇੱਥੇ ਲੋਡ ਪੁਆਇੰਟਸ ਹੈਗੇ ਆ ਉਹਨਾਂ ਸੈਕਸ਼ਨਾਂ ਦੇ ਆਪਾਂ ਨਾਂ ਦਿੱਤੇ A C C D D E E F ਅਤੇ F ਵੀ ਤਾਂ ਲਾਸਟ ਐਂਡ ਆ, ਪੁਆਇੰਟ ਖਾਲੀ ਤਾਰ ਜਾ ਰਹੀ, ਬਟ ਜਿਹੜਾ ਲੋਡ ਸੈਂਟਰ ਹੈਗਾ ਆ ਉਹ F ਤੱਕ ਹੈਗਾ। ਇਹਨਾਂ ਜਿਹੜੇ ਸੈਕਸ਼ਨ ਬਣੇ ਆ ਇਹਨਾਂ ਦੀ ਕੈਲਕੂਲੇਸ਼ਨ ਕਰਨੀ ਸਾਡੇ ਕੋਲ ਇੱਕ ਰੈਜ਼ਿਸਟੈਂਸਿਸ ਚਾਹੀਦੀਆਂ ਨੇ, ਇੱਕ ਉਸ ਸੈਕਸ਼ਨ ਵਿੱਚ ਕਿੰਨਾ ਕਰੰਟ ਫਲੋ ਕਰਦਾ ਉਹ ਚਾਹੀਦਾ। ਜਦੋਂ ਆਪਣੇ ਕੋਲ ਰੈਜ਼ਿਸਟੈਂਸ ਆ ਜਾਏਗੀ, ਕਰੰਟ ਆ ਜਾਏਗਾ, ਤਾਂ ਆਪਾਂ ਉਸ ਪਾਰਟੀਕੂਲਰ ਸੈਕਸ਼ਨ ਦੇ ਵੋਲਟੇਜ ਡ੍ਰੌਪਸ ਦੇਖ ਸਕਦੇ ਹਾਂ। ਜਦੋਂ ਫਿਰ ਸਾਨੂੰ ਇਕੱਲੇ ਸੈਕਸ਼ਨ ਦੇ ਵੋਲਟੇਜ ਡ੍ਰੌਪਸ ਪਤਾ ਲੱਗ ਜਾਊ, ਮਤਲਬ ਆਪਾਂ ਪਹਿਲਾਂ ਸੈਕਸ਼ਨ A C C D D E E F ਦੇ ਅਗਰ ਆਪਾਂ ਨੂੰ ਵੋਲਟੇਜ ਡ੍ਰੌਪਸ ਪਤਾ ਲੱਗੇ ਨਾ ਤਾਂ ਆਪਾਂ ਟੋਟਲ ਵੋਲਟੇਜ ਡ੍ਰੌਪਸ ਦੇਖ ਸਕਦੇ ਹਾਂ। A ਤੋਂ ਲੈ ਕੇ F ਤੱਕ ਕਿੰਨੇ ਵੋਲਟੇਜ ਡ੍ਰੌਪਸ ਹੁੰਦੇ ਹੈ ਉਹ ਆਪਾਂ ਸਾਰਿਆਂ ਨੂੰ ਐਡ ਕਰ ਦਾਂਗੇ, ਟੋਟਲ ਵੋਲਟੇਜ ਡ੍ਰੌਪਸ ਬਣ ਜਾਂਦੇ ਆ। ਇਸ ਤਰ੍ਹਾਂ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਇਕੱਲੇ ਸੈਕਸ਼ਨ ਦੀ ਵੋਲਟੇਜ ਡ੍ਰੌਪਸ ਦੇਖ ਕੇ ਉਸ ਸੈਕਸ਼ਨ ਦੇ ਵਿੱਚ ਫਰਦਰ ਆਪਾਂ ਕੈਲਕੂਲੇਟ ਕਰਦੇ ਹਾਂ, ਦੇਖਦੇ ਹਾਂ ਕਿਸ ਤਰ੍ਹਾਂ ਇਹ ਕੈਲਕੂਲੇਸ਼ਨਸ ਕਰਨੀਆਂ ਹੈਗੀਆਂ। ਕਹਿੰਦਾ ਲੈਟ R1 R2 R3 ਐਂਡ R4 be the resistances of both wires go and return of the section AC, ਮਤਲਬ R1 AC ਦੀ ਹੋ ਗਈ, R2 CD DE ਤੇ EF, ਚਾਰ ਸੈਕਸ਼ਨ, ਚਾਰਾਂ ਦੀ ਅਲੱਗ ਰੈਜ਼ਿਸਟੈਂਸਿਸ ਦੇਤੀਆਂ, ਇਕੱਲੇ ਪੁਆਇੰਟ ਦਾ ਕਰੰਟ ਦਿੱਤਾ ਹੈ ਲੋਡ ਪੁਆਇੰਟ ਦਾ, ਅਤੇ ਪਲੱਸ ਸੈਕਸ਼ਨ ਦਿੱਤਾ ਹੋਇਆ AB ਅਤੇ ਦੂਜੇ ਇੱਕ ਪਾਸੇ ਉਹਨੂੰ ਸਪਲਾਈ ਆ ਰਹੀ ਹੈ। ਹੁਣ ਦੇਖੋ ਕਹਿੰਦਾ ਥੱਲੇ ਬੋਰਡ ਲੈਟਰਾਂ 'ਚ ਲਿਖਿਆ ਹੋਇਆ ਦੇਖੋ ਕਰੰਟ ਫੈਡ ਫਰੋਮ ਪੁਆਇੰਟ A,
मतलब ए पॉइंट तो करंट जिहड़ा जा रहा देखो कितना जा रहा हैगा वो है I1 I2 I3 ਤੇ I4 मतलब ए पासे तो करंट जो जा रहा हैगा आ वो सारे कल्ले कल्ले लोड पॉइंट ਨੂੰ ਗਿਆ ਹੋਇਆ I1 I2 I3 ਤੇ I4 इसका ਆਪਾਂ ਤਿੰਨਾਂ ਨੂੰ ਸਾਰਿਆਂ ਨੂੰ ਐਡ ਕਰ ਦਿੱਤਾ। ਹੁਣ ਕਹਿੰਦਾ ਕਰੰਟ ਐਟ ਸੈਕਸ਼ਨ AC। ਹੁਣ ਜੇ ਤੁਸੀਂ B ਵਾਲੇ ਸਾਈਡ ਤੋਂ ਰਿਵਰਸ A ਵੱਲ ਨੂੰ ਆਓ, B ਵਾਲੀ ਸਾਈਡ ਤੋਂ A ਵੱਲ ਨੂੰ ਆਓ ਤਾਂ ਤੁਹਾਨੂੰ ਪਤਾ ਲੱਗ ਜਾਊਗਾ। ਦੇਖੋ ਪਹਿਲਾ ਸੈਕਸ਼ਨ ਆਉਂਦਾ EF, ਇਹਦੇ 'ਚ ਕਿਹੜਾ ਕਰੰਟ ਫਲੋ ਕਰੂਗਾ ਜਿਹੜਾ I4 ਥੱਲੇ ਨੂੰ ਆ ਰਿਹਾ। ਹੁਣ A3 ਆ, ਇਹ ਸੈਕਸ਼ਨ ਤੇ ਕਿਹੜਾ ਕਰੰਟ ਸੀ I3 ਤੇ CD ਇਹ ਸੈਕਸ਼ਨ ਕਿਹੜਾ ਕਰੰਟ ਆ I2 ਤੇ AC ਇਹਦੇ 'ਚ ਕਿਹੜਾ ਕਰੰਟ I1। ਬਟ ਐਕਚੁਅਲ ਇਦਾਂ ਹੁੰਦਾ ਨਹੀਂ ਕਿਉਂਕਿ EF ਦੇ ਵਿੱਚ ਇੱਕੋ ਕਰੰਟ ਉਸ ਤੋਂ ਅੱਗੇ ਮਤਲਬ EF ਦੇ ਰਾਈਟ ਸਾਈਡ ਤੇ ਦੇਖੋ ਇੱਕੋ ਕਰੰਟ ਆ ਉਹ I4, ठीक है। इस करके EF ਦੇ ਵਿੱਚੋਂ I4 ਕਰੰਟ ਪਾਸ ਆਊਟ ਕਰੂਗਾ। ਬਟ ਜਦੋਂ ਆਪਾਂ ਸੈਕਸ਼ਨ D ਵਿੱਚ ਆਵਾਂਗੇ, DE ਦੇ ਵਿੱਚ ਆਵਾਂਗੇ ਤਾਂ ਇਹਦੇ ਵਿੱਚ ਦੋ ਕਰੰਟਸ ਤੁਹਾਨੂੰ ਮਿਲਣਗੇ। ਇੱਕ ਕਰੰਟ ਹੋਊਗਾ I3 ਮਤਲਬ I4 ਦਾ ਗਿਣ ਜਾ ਰਿਹਾ ਸੀ, ਇਹਦੇ ਵਿੱਚ I3 ਵੀ ਇੱਕ ਐਡ ਹੋ ਗਿਆ। ਹੁਣ ਇਹਦਾ ਮਤਲਬ D ਸੈਕਸ਼ਨ 'ਚੋਂ ਕਰੰਟ ਬਣ ਗਿਆ, ਟੋਟਲ ਕਰੰਟ ਕਿਹੜਾ ਬਣ ਗਿਆ I3 + I4। ਹੁਣ ਆਪਾਂ CD ਸੈਕਸ਼ਨ 'ਚ ਆ ਜਾਈਏ। ਹੁਣ ਜਿਹੜਾ DF ਜਾਂ DE ਤੇ EF ਦਾ ਕਰੰਟ ਆ ਉਹ CD ਦੇ ਵਿੱਚੋਂ ਦੀ ਹੋ ਕੇ A ਵੱਲ ਨੂੰ ਜਾਣਾ, ਹੋ ਕੇ ਆਪਣਾ ਫੀਡਿੰਗ ਪੁਆਇੰਟ ਕਿਹੜਾ A, ठीक है। ਹੁਣ ਇਸ ਕਰਕੇ ਪਿੱਛੋਂ ਕਰੰਟ ਕਿਹੜਾ ਆ ਰਿਹਾ I3 ਤੇ I4 ਆ ਰਿਹਾ, ਦੋ ਕਰੰਟ ਆ ਰਹੇ ਐਡ ਹੋ ਕੇ। ਜਦੋਂ ਆਪਾਂ CD ਸੈਕਸ਼ਨ ਪਹੁੰਚਾਂਗੇ ਤਾਂ ਇਹਦੇ ਵਿੱਚ I2 ਵੀ ਐਡ ਹੋ ਜਾਊਗਾ। ਇਹਦਾ ਮਤਲਬ CD ਸੈਕਸ਼ਨ 'ਚ ਕਿਹੜਾ ਕਰੰਟ ਆ ਗਿਆ I2 + I3 + I4। ਹੁਣ ਆਪਾਂ ਆ ਗਏ AC ਸੈਕਸ਼ਨ ਵਿੱਚ। ਹੁਣ AC ਸੈਕਸ਼ਨ ਤੋਂ ਪਹਿਲਾਂ ਆਪਣੇ ਕੋਲ ਤਿੰਨ ਕਰੰਟ ਬਣ ਗਏ I2 I3 I4। ਹੁਣ ਆਪਾਂ ਇਹ ਤਿੰਨੇ ਦੇ ਤਿੰਨੇ ਕਰੰਟ ਜਿਹੜੇ ਆ AC ਦੇ ਵਿੱਚੋਂ ਦੀ ਹੋ ਕੇ ਫਿਰ A ਪੁਆਇੰਟ ਤੱਕ ਪਹੁੰਚਣੇ ਆ। ਇਹਦਾ ਮਤਲਬ A ਕਰੰਟ ਪਲੱਸ C ਪੁਆਇੰਟ ਦਾ ਆਪਣਾ ਕਰੰਟ ਇਹ ਵੀ A ਵੱਲ ਨੂੰ ਜਾਣਾ। ਇਸ ਕਰਕੇ ਇਹਦੇ ਵਿੱਚ A ਸੈਕਸ਼ਨ AC ਸੈਕਸ਼ਨ ਕਿੰਨੇ ਕਰੰਟ ਹੋ ਗਏ I1 + I2 + I3 + I4। ਹੁਣ ਆਪਾਂ ਥੱਲੇ ਦੇਖਦੇ ਹਾਂ ਪੜ੍ਹਦੇ ਦੇਖੋ ਕਹਿੰਦਾ ਕਰੰਟ ਫੈਡ ਫਰੋਮ ਪੁਆਇੰਟ A ਪੁਆਇੰਟ ਤੋਂ ਕਰੰਟ ਜਿਹੜਾ ਫੀਡ ਹੋ ਰਿਹਾ ਜਾਂ ਮਿਲ ਰਿਹਾ ਡਿਸਟਰੀਬਿਊਟਰ ਨੂੰ ਕਿਹੜਾ ਮਿਲ ਰਿਹਾ I1 + I2 + I3 + I4। ਮਤਲਬ AC A ਪੁਆਇੰਟ ਤੇ ਇੰਨੇ ਕਰੰਟਸ ਜਿਹੜੇ ਜਾ ਰਹੇ ਉਧਰ ਨੂੰ। ਹੁਣ ਕਰੰਟ ਇਨ ਸੈਕਸ਼ਨ AC, ਹੁਣ AC ਸੈਕਸ਼ਨ 'ਚ ਕਿੰਨਾ ਕਰੰਟ ਫਲੋ ਕਰੂਗਾ ਸਾਰਾ ਜਿਹੜਾ ਅੱਗੇ ਜਾ ਰਿਹਾ ਉਹ ਸਾਰਾ ਇਸ ਸੈਕਸ਼ਨ ਵਿੱਚੋਂ ਦੀ ਹੋ ਕੇ ਜਾ ਰਿਹਾ। ਇਸ ਕਰਕੇ ਇਹ ਬਣੂਗਾ I1 I2 I3 I4 ਐਡ ਕਰਕੇ ਟੋਟਲ ਕਰੰਟ ਬਣ ਜਾਊਗਾ। ਹੁਣ ਕਹਿੰਦਾ ਕਰੰਟ ਇਨ ਸੈਕਸ਼ਨ CD। ਹੁਣ CD ਸੈਕਸ਼ਨ 'ਚ ਕਿੰਨਾ ਕਰੰਟ ਆਊਗਾ ਦੇਖੋ CD ਸੈਕਸ਼ਨ ਜੋ ਆਪਾਂ CD ਸੈਕਸ਼ਨ 'ਚ ਪਾਉਂਦੇ ਹਾਂ ਤਾਂ I1 ਕਰੰਟ ਨਿਕਲ ਗਿਆ ਵਿੱਚੋਂ, ਅਗਲੇ ਤਿੰਨ ਕਰੰਟ ਰਹਿ ਗਏ। ਇਹਦਾ ਮਤਲਬ ਇਹ ਬਣ ਗਿਆ I2 I3 I4। ਇਸੇ ਦਾ D ਵਿੱਚ ਕੀ ਬਣ ਗਿਆ I3 I4 ਔਰ ਲਾਸਟ ਕਰੰਟ ਇਨ ਸੈਕਸ਼ਨ EF। ਕਰੰਟ ਇਨ ਸੈਕਸ਼ਨ EF ਕਿੰਨਾ ਬਣ ਗਿਆ ਇਕੱਲਾ I4 ਕਿਉਂਕਿ ਉਹ ਸੈਕਸ਼ਨ ਇਕੱਲਾ I4 ਜਾ ਰਿਹਾ, ਬਾਕੀ ਪਿੱਛੇ ਰਹਿ ਗਏ ਕਰੰਟ। ਹੁਣ ਦੇਖੋ ਤੁਹਾਨੂੰ ਇਕੱਲੇ ਸੈਕਸ਼ਨ ਦੀ ਰੈਜ਼ਿਸਟੈਂਸ ਆਲਰੇਡੀ ਉਹਨੇ ਦਿੱਤੀ ਤੁਹਾਨੂੰ R2 R1 R2 R3 R4 ਤੇ ਕਰੰਟ ਇਕੱਲੇ ਸੈਕਸ਼ਨ ਦਾ ਤੁਸੀਂ ਕੱਢ ਲਿਆ। ਹੁਣ ਥੱਲੇ ਦੇਖੋ ਰਾਈਟਿੰਗ ਦੇ ਵਿੱਚ ਕੀ ਲਿਖਿਆ ਵੋਲਟੇਜ ਡ੍ਰੌਪ ਇਨ ਸੈਕਸ਼ਨ AC। ਹੁਣ ਆਪਾਂ ਲਿਖਣੇ ਵੋਲਟੇਜ ਡ੍ਰੌਪ। ਜੇ ਸਾਨੂੰ ਕੱਲੀ ਲਾਈਨ ਦੇ ਵੋਲਟੇਜ ਡ੍ਰੌਪ ਪਤਾ ਲੱਗ ਜਾਊਗਾ, ਕੱਲੇ ਸੈਕਸ਼ਨ ਦੇ ਵੋਲਟੇਜ ਡ੍ਰੌਪਸ ਪਤਾ ਲੱਗ ਜਾਣ ਤਾਂ ਆਪਾਂ ਕੱਲੇ ਪੁਆਇੰਟ ਦੀ ਵੋਲਟੇਜ ਜਿਹੜੀ ਆ ਉਹ ਫਾਈਂਡ ਆਊਟ ਕਰ ਸਕਦੇ ਆ ਕਿੰਨੀ ਆ। ਹੁਣ ਕਹਿੰਦਾ ਵੋਲਟੇਜ ਡ੍ਰੌਪ ਇਨ ਸੈਕਸ਼ਨ AC ਸੈਕਸ਼ਨ ਵੋਲਟੇਜ ਡ੍ਰੌਪ ਕਿੰਨਾ ਹੋਊਗਾ ਦੇਖੋ ਇਹਦੀ ਰੈਜ਼ਿਸਟੈਂਸ ਕਿੰਨੀ ਆ R1 ਤੇ ਇਹ ਸੈਕਸ਼ਨ ਕਰੰਟ ਕਿੰਨਾ ਪਾਸ ਕਰਦਾ I1 I2 I3 I1 + I2 + I3 + I4। ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ ਕੀ ਬਣ ਗਿਆ ਦੇਖੋ ਵੋਲਟੇਜ ਡ੍ਰੌਪ ਇਨ ਸੈਕਸ਼ਨ AC = R1 ਉਹ ਸੈਕਸ਼ਨ ਦੀ ਰੈਜ਼ਿਸਟੈਂਸ ਇਨਟੂ ਕਰੰਟ ਉਹਦੇ 'ਚ ਟੋਟਲ ਕਰੰਟ ਪਾਸ ਆਊਟ ਕਰ ਰਿਹਾ। ਇਸ ਕਰਕੇ I1 + I2 + I3 + I4। ਇੱਦਾਂ ਹੀ ਆਪਾਂ ਇਕੱਲੇ ਸੈਕਸ਼ਨ ਦੀ ਆਪਾਂ ਵੋਲਟੇਜ ਡ੍ਰੌਪ ਕਰ ਸਕਦੇ ਹਾਂ। ਵੋਲਟੇਜ ਡ੍ਰੌਪ ਇਨ ਸੈਕਸ਼ਨ CD, ਵੋਲਟੇਜ ਡ੍ਰੌਪ ਇਨ ਸੈਕਸ਼ਨ DE ਤੇ ਵੋਲਟੇਜ ਡ੍ਰੌਪ ਇਨ ਸੈਕਸ਼ਨ EF। ਮਤਲਬ ਆਪਾਂ ਅਗਰ ਕੈਲਕੂਲੇਟ ਕਰਨਾ ਜਦੋਂ ਕੈਲਕੂਲੇਸ਼ਨ ਕਰਨੀ ਹੈਗੀ ਆ ਤਾਂ ਆਪਾਂ ਨੂੰ ਬੜਾ ਸਿੰਪਲ ਹੈਗਾ ਕਿ ਇਕੱਲੇ ਸੈਕਸ਼ਨ ਦਾ ਅਗਰ ਰੈਜ਼ਿਸਟੈਂਸ ਪਤਾ ਲੱਗ ਜਾਵੇ ਉਸ ਤੋਂ ਬਾਅਦ ਇਕੱਲੇ ਸੈਕਸ਼ਨ ਦੀ ਰੈਜ਼ਿਸਟੈਂਸ ਪਤਾ ਲੱਗ ਗਈ, ਇਕੱਲੇ ਸੈਕਸ਼ਨ ਦਾ ਆਪਾਂ ਕਰੰਟ ਫਾਈਂਡ ਆਊਟ ਕਰ ਲਿਆ। ਦੇਖੋ ਥੱਲੇ ਹੁਣ ਉਸ ਕਰੰਟ ਨੂੰ ਤਾਂ ਉਸ ਰੈਜ਼ਿਸਟੈਂਸ ਨੂੰ ਮਲਟੀਪਲਾਈ ਕਰਾਂਗੇ ਤਾਂ ਉਸ ਪਰਟੀਕੂਲਰ ਸੈਕਸ਼ਨ ਦੀ ਵੋਲਟੇਜ ਡ੍ਰੌਪ ਆ ਜਾਊਗੀ। ਹੁਣ ਆਪਾਂ ਇਕੱਲੇ ਸੈਕਸ਼ਨ ਦੇ ਵੋਲਟੇਜ ਡ੍ਰੌਪਸ ਕੱਢ ਲਏ, AC ਦਾ ਵੀ ਕੱਢ ਲਿਆ, CD ਦਾ ਵੀ ਕੱਢ ਲਿਆ, DE ਦਾ ਵੀ ਕੱਢ ਲਿਆ ਤੇ EF ਦਾ ਕੱਢ ਲਿਆ। ਹੁਣ ਸਾਨੂੰ ਮੰਨ ਲਓ ਆਪਾਂ ਕੈਲਕੂਲੇਸ਼ਨ ਕਰਨੀ ਆ ਵੀ ਕਰੰਟ ਵੋਲਟੇਜ ਐਟ ਪੁਆਇੰਟ C ਕਿੰਨੀ ਵੋਲਟੇਜ ਹੋਏਗੀ, ਵੋਲਟੇਜ ਐਟ ਪੁਆਇੰਟ C ਕਿੰਨੀ ਹੋਏਗੀ ਔਰ A ਪੁਆਇੰਟ ਦੇ ਵੋਲਟੇਜ ਆਪਾਂ ਮੰਨ ਲੈਂਦੇ ਸਪੋਜ਼ ਕਰੋ A1 ਤੇ ਹੈਗੀ VA ਵੋਲਟੇਜ ਕਿੰਨੀ ਆ VA V ਕੈਪੀਟਲ ਪੈਚ A। ਤਾਂ ਅਗਰ VA ਆਪਾਂ ਇਹਨੂੰ ਵੋਲਟੇਜ ਮੰਨ ਕੇ ਚੱਲੀਏ ਤਾਂ VC ਵੋਲਟੇਜ ਐਟ ਪੁਆਇੰਟ C ਕਿੰਨੀ ਹੋਊਗੀ VA ਵੋਲਟੇਜ VA ਮਾਈਨਸ ਜਿਹੜੇ ਵੋਲਟੇਜ ਡ੍ਰੌਪਸ ਹੋਏ ਇੱਥੋਂ ਲੈ ਕੇ ਇੱਥੇ ਤੱਕ ਉਹ ਹੋਏ R1
ਬ੍ਰੈਕਟ ਦੇ ਵਿੱਚ I1 + I2 + I3 + I4 ਇਹ ਜਿਹੜੇ ਵੋਲਟੇਜ ਡ੍ਰੌਪ ਅਗਰ ਆਪਾਂ VA ਚੋਂ ਘਟਾ ਦਈਏ ਤਾਂ ਸਾਨੂੰ ਵੋਲਟੇਜ ਮਿਲ ਜਾਏਗੀ VC। ਹੁਣ ਅਗਰ VC ਵੋਲਟੇਜ ਦੇ ਵਿੱਚੋਂ CD ਸੈਕਸ਼ਨ ਦਾ ਆਪਾਂ ਜਿਹੜਾ ਲਾਸ ਹੈ ਉਹ ਘਟਾ ਦਈਏ, ਲੈਸ ਕਰ ਦਈਏ, ਤਾਂ ਸਾਨੂੰ ਵੋਲਟੇਜ ਮਿਲੇਗੀ D ਤੇ ਫਿਰ ਉਹਦੇ ਚੋਂ ਉਹਦੀ ਵੋਲਟੇਜ ਲੈਸ ਕਰ ਦਈਏ ਮਿਲੂਗੀ E ਦੇ ਵਿੱਚ, ਬਾਕੀ ਦੀ ਟੋਟਲ ਵੋਲਟੇਜ ਤਿੰਨਾਂ ਸੈਕਸ਼ਨ ਲੈਸ ਕਰ ਦਈਏ ਤਾਂ ਸਾਨੂੰ ਮਿਲੂਗੀ F ਤੇ। ਮਤਲਬ ਇਹ ਤੋਂ ਇੱਕ ਪ੍ਰੂਫ ਹੁੰਦਾ ਕਹਿ ਲਓ, ਜਾਂ ਆਪਾਂ ਇਹ ਡਿਸਾਈਡ ਕਰ ਸਕਦੇ ਆ ਕਿ ਜਿਹੜਾ F ਪੁਆਇੰਟ ਆ ਇਹ ਮਿਨੀਮਮ ਵੋਲਟੇਜ ਡ੍ਰੌਪ ਵਾਲਾ ਪੁਆਇੰਟ ਆ, ਮਿਨੀਮਮ ਵੋਲਟੇਜ ਵਾਲਾ ਪੁਆਇੰਟ ਆ। ਸਭ ਤੋਂ ਘੱਟ ਵੋਲਟੇਜ ਕਿੱਥੇ ਹੋਏਗੀ? F ਤੇ। ਉਸ ਤੋਂ ਬਾਅਦ ਹੋਏਗੀ E ਦੇ ਵਿੱਚ, ਉਸ ਤੋਂ ਜ਼ਿਆਦਾ ਹੋਏਗੀ D ਦੇ ਵਿੱਚ, ਤੇ ਸਭ ਤੋਂ ਜ਼ਿਆਦਾ ਵੋਲਟੇਜ ਕਿੱਥੇ ਹੋਊਗੀ? ਪੁਆਇੰਟ C ਦੇ ਵਿੱਚ ਡਾਇਗਰਾਮ ਦੇ ਮੁਤਾਬਿਕ, ਕਿਉਂਕਿ ਇੱਕ ਸਾਈਡ ਤੋਂ ਸਪਲਾਈ ਜਾ ਰਹੀ ਹੈ ਤੇ ਬਾਕੀ ਸਾਰੇ ਵੋਲਟੇਜ ਡ੍ਰੌਪਸ ਹੋ ਰਹੇ ਗਿਆ। ਇਸ ਤਰ੍ਹਾਂ ਆਪਾਂ ਕੈਲਕੂਲੇਸ਼ਨ ਜਿਹੜੀ ਆ ਉਹ ਬੜੇ ਆਰਾਮ ਨਾਲ ਈਜ਼ੀਲੀ ਕਰ ਸਕਦੇ ਹੈਗੇ ਆ। ਹੁਣ ਦੇਖੋ ਉਹੀ ਟੌਪਿਕ ਜਿਹੜਾ ਉਹਦਾ ਇੱਕ ਲਾਸਟ ਪੁਆਇੰਟ ਰਹਿ ਗਿਆ ਸੀਗਾ। ਹੁਣ ਇਹਦੇ ਵਿੱਚ ਕਹਿੰਦਾ ਟੋਟਲ ਵੋਲਟੇਜ ਡ੍ਰੌਪ ਇਨ DC ਡਿਸਟ੍ਰੀਬਿਊਸ਼ਨ ਕੈਲਕੂਲੇਸ਼ਨ ਇਜ਼, ਕਿੱਦਾਂ ਕੈਲਕੂਲੇਟ ਕੀਤਾ? ਦੇਖੋ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਸਮਝਾਇਆ ਕਿ R1 AC ਸੈਕਸ਼ਨ ਦਾ ਰੈਜ਼ਿਸਟੈਂਸ ਤੇ ਇਹ ਸੈਕਸ਼ਨ 'ਚ ਕਿੰਨਾ ਕਰੰਟ ਫਲੋ ਕੀਤਾ? I1 + I2 + I3 + I4। ਇਸੇ ਤਰ੍ਹਾਂ ਪਲੱਸ R2 ਉਸ ਪਾਰਟੀਕੂਲਰ ਸੈਕਸ਼ਨ ਦੀ ਰੈਜ਼ਿਸਟੈਂਸ ਤੇ ਇਨਟੂ ਕਰੰਟ I2 I3 I4। ਇਸੇ ਤਰ੍ਹਾਂ ਪਲੱਸ R3 ਤੇ ਉਹਦਾ ਰੈਜ਼ਿਸਟੈਂਸ ਉਹਦੀ ਕਰੰਟ ਕਿੰਨੀ ਹੈ? 2 ਕਰੰਟ ਸੇ ਚਲੇ ਗਈਆਂ I3 + I4 ਤੇ ਲਾਸਟ ਵਿੱਚ ਆ ਗਿਆ R4 ਤੇ ਇਹਦਾ ਕਰੰਟ ਕਿੰਨਾ? I4। ਇਸ ਤਰ੍ਹਾਂ ਕਹਿੰਦਾ ਆਪਾਂ ਕਰ ਸਕਦੇ, ਕਹਿੰਦਾ ਇਟ ਇਜ਼ ਈਜ਼ੀ ਟੂ ਸੀ ਦੈਟ ਮਿਨੀਮਮ ਪੋਟੈਂਸ਼ੀਅਲ ਵਿਲ ਅਕਰ ਐਟ ਪੁਆਇੰਟ F ਪੁਆਇੰਟ 'ਤੇ ਮਿਨੀਮਮ ਪੋਟੈਂਸ਼ੀਅਲ ਜਿਹੜਾ ਉਹ ਹੋਏਗਾ। ਬਾਕੀਆਂ ਦੇ ਥੋੜ੍ਹੇ ਉਹਦੇ ਨਾਲੋਂ ਜ਼ਿਆਦਾ, E 'ਚ ਉਸ ਤੋਂ ਜ਼ਿਆਦਾ ਹੋਏਗਾ, D 'ਚ E ਨਾਲੋਂ ਜ਼ਿਆਦਾ ਹੋਏਗਾ, ਤਾਂ C 'ਚ D ਨਾਲੋਂ ਜ਼ਿਆਦਾ ਹੋਏਗਾ। ਇਸ ਤਰ੍ਹਾਂ ਇਹ ਕੈਲਕੂਲੇਸ਼ਨ ਕਰਕੇ ਆਪਾਂ ਵੋਲਟੇਜ ਡ੍ਰੌਪਸ ਦੇਖ ਕੇ ਇਕੱਲੇ ਪੁਆਇੰਟ ਦੇ ਉੱਤੇ ਵੋਲਟੇਜ ਵੀ ਦੇਖ ਸਕਦੇ ਹਾਂ ਅਤੇ ਇਕੱਲੇ ਸੈਕਸ਼ਨ ਦੀ ਵੋਲਟੇਜ ਡ੍ਰੌਪ ਦੇਖ ਸਕਦੇ ਹਾਂ ਅਤੇ ਟੋਟਲ ਵੋਲਟੇਜ ਡ੍ਰੌਪ ਵੀ ਆਪਾਂ ਚੈੱਕ ਕਰ ਸਕਦੇ ਹਾਂ। ਇਸ ਤਰ੍ਹਾਂ ਇਹ ਜਿਹੜੀ ਆਪਾਂ ਕੈਲਕੂਲੇਸ਼ਨ ਕਰਦੇ ਹੈਗੇ ਆ DC ਸਿਸਟਮ, DC ਡਿਸਟ੍ਰੀਬਿਊਸ਼ਨ ਫੈਡ ਐਟ ਵਨ ਐਂਡ। ਹੁਣ ਦੇਖੋ ਪਹਿਲਾਂ ਆਪਾਂ ਪੜ੍ਹੇ ਫੈਡ ਐਟ ਵਨ ਐਂਡ, ਹੁਣ ਹੈ ਡਿਸਟ੍ਰੀਬਿਊਟਰ ਫੈਡ ਐਟ ਬੋਥ ਐਂਡਸ। ਕੰਸਨਟਰੇਟਡ ਲੋਡਿੰਗ ਜਿਹੜੀ ਕੰਸਨਟਰੇਟ ਆ, ਬਟ ਜਿਹੜੇ ਸਪਲਾਈ ਆ ਉਹ ਹੁਣ ਦੋਨਾਂ ਐਂਡਸ ਦੇ ਵਿੱਚ ਆਉਂਦੀ ਹੈ, A ਵਾਲੇ ਪਾਸੇ ਤੋਂ ਵੀ ਆਉਂਦੀ ਹੈ ਅਤੇ B ਵਾਲੇ ਪਾਸੇ ਤੋਂ ਵੀ ਆਉਂਦੀ ਆ। ਹੁਣ ਦੇਖਦੇ ਆਪਾਂ ਪਹਿਲਾਂ ਪੜ੍ਹਦੇ ਹਾਂ, ਫਿਰ ਡਾਇਗਰਾਮ ਸਮਝਦੇ ਹਾਂ, ਫਿਰ ਅੱਗੇ ਕੈਲਕੂਲੇਸ਼ਨ ਕਰਾਂਗੇ। ਕਹਿੰਦਾ 1.1 ਕੀ ਆ? 2 ਐਂਡਸ ਫੈਡ ਐਟ ਇਕੁਅਲ ਵੋਲਟੇਜ। ਮਤਲਬ ਵੋਲਟੇਜ ਦੋਨਾਂ ਐਂਡਸ ਦੇ ਵਿੱਚੋਂ ਆ ਰਹੀ ਆ, ਬਟ ਦੋਨਾਂ ਐਂਡਸ ਦੀ ਵੋਲਟੇਜ ਜਿਹੜੀ ਆ ਇਕੁਅਲ ਹੈਗੀ। ਮਤਲਬ ਜੇ ਇੱਕ ਪਾਸੇ 220 ਆ ਤਾਂ ਦੂਜੇ ਪਾਸੇ ਵੀ 220 ਹੈਗੀ ਆ। ਕਹਿੰਦਾ ਕੰਸੀਡਰ ਡਿਸਟ੍ਰੀਬਿਊਟਰ AB ਫੈਡ ਐਟ ਬੋਥ ਐਂਡਸ ਵਿਦ ਇਕੁਅਲ ਵੋਲਟੇਜ V ਵੋਲਟਸ, ਇਕੁਅਲ ਵੋਲਟੇਜ ਆ V ਵੋਲਟਸ ਹੈਗੀਆਂ, ਐਂਡ ਹੈਵਿੰਗ ਕੰਸਨਟਰੇਟਡ ਲੋਡਸ ਦਿੱਤਾ ਹੋਇਆ I1 I2 I3 I4 I5 ਐਟ ਪੁਆਇੰਟ C D E F G ਰਿਸਪੈਕਟਿਵਲੀ ਐਜ਼ ਸ਼ੋਨ ਇਨ ਫਿਗਰ 'ਚ ਕਹਿੰਦਾ ਜਿੱਦਾਂ ਦਿਖਾਇਆ। ਦੇਖੋ ਦੋਨਾਂ ਪਾਸਿਆਂ ਤੋਂ ਫੀਡਿੰਗ ਜਾ ਰਹੀ ਹੈ, ਵੋਲਟੇਜ V A ਦੇ ਵਾਲੇ ਪਾਸੇ ਵੀ B ਵਾਲੇ ਪਾਸੇ ਵੀ, ਤਾਂ ਕਰੰਟ A ਵੱਲੋਂ ਵੀ ਅੰਦਰ ਨੂੰ ਆ ਰਿਹਾ, ਕਰੰਟ B ਵੱਲੋਂ ਵੀ ਅੰਦਰ ਨੂੰ ਆ ਰਿਹਾ, ਔਰ ਇੱਕ E ਪੁਆਇੰਟ ਐਸਾ ਆ ਜਿੱਥੇ ਕਿ ਦੋਨਾਂ ਪਾਸੇ ਤੋਂ ਕਰੰਟ ਜਿਹੜਾ ਦਿਖਾਇਆ ਹੈ ਵੀ ਦੋਨਾਂ ਪਾਸੇ ਤੋਂ ਕਰੰਟ ਨੂੰ ਸਪਲਾਈ ਮਿਲ ਰਹੀ ਹੈਗੀ ਆ E ਨੂੰ, ਪਾਰਟੀਕੂਲਰ ਕਿਹਨੂੰ? E ਨੂੰ। ਇਸ ਡਾਇਗ੍ਰਾਮ ਦਾ ਇਹ ਪੁਆਇੰਟ E ਵੀ ਹੋ ਸਕਦਾ, D ਵੀ ਹੋ ਸਕਦਾ, C ਵੀ ਹੋ ਸਕਦਾ, E ਵੀ ਹੋ ਸਕਦਾ, G, ਮਤਲਬ ਕੋਈ ਇੱਕ ਪੁਆਇੰਟ ਹੋ ਸਕਦਾ ਜਿੱਥੇ ਦੋਨੇ ਪਾਸਿਆਂ ਤੋਂ ਸਪਲਾਈ ਮਿਲਦੀ ਹੋਵੇ, A ਸਾਈਡ ਤੋਂ ਵੀ ਅਤੇ B ਸਾਈਡ ਤੋਂ ਵੀ। ਹੁਣ ਕਹਿੰਦਾ ਕਿ ਦੇਖੋ ਫਿਰ ਆਪਾਂ ਪੜ੍ਹਦੇ ਹਾਂ, ਕੰਸੀਡਰ ਏ ਡਿਸਟ੍ਰੀਬਿਊਟਰ AB ਫੈਡ ਐਟ ਬੋਥ ਹੈਂਡਸ ਵਿਦ ਇਕੁਅਲ ਵੋਲਟੇਜ V ਵੋਲਟਸ and having concentrated loads I1 I2 I3 I4 I5 at point C D E F G respectively as shown in figure। ਹੁਣ ਉਸ ਤਰ੍ਹਾਂ ਕਹਿੰਦਾ as we move away from one of the feeding point say A, potential difference goes on decreasing till it reaches the minimum value at some load point say E। ਮਤਲਬ E ਦੇ ਵਿੱਚ ਕਹਿੰਦਾ ਲੋਡ ਪੁਆਇੰਟ ਦਿਖਾਇਆ ਜਿਹੜਾ ਕਿ ਸਭ ਤੋਂ ਘੱਟ ਜਿੱਥੇ ਵੋਲਟੇਜ ਹੈਗੀ ਆ, and then again starts rising and become V volts as we reach the other feeding point B। ਹੁਣ ਮਤਲਬ ਕਹਿੰਦਾ ਡਿਸਟ੍ਰੀਬਿਊਟਰ ਫੈਡ ਐਟ ਬੋਥ ਹੈਂਡਸ ਸਪਲਾਈ ਦਿੱਤੀ ਆ, ਇਹਦੇ ਵਿੱਚ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਦੋਨਾਂ ਦੀ ਵੋਲਟੇਜ ਜਿਹੜੀ ਆ ਦੋਨੇ ਪੁਆਇੰਟਸ ਦੀ ਸੇਮ ਹੈਗੀ ਆ। ਤਾਂ ਕਹਿੰਦਾ ਜਦੋਂ A ਤੋਂ ਸ਼ੁਰੂ ਹੋਈ ਹੈ C 'ਤੇ ਜਾਈਏ ਵੋਲਟੇਜ ਘੱਟ ਜਾਂਦੀ ਹੈ, D 'ਤੇ ਜਾਏ ਹੋਰ ਘੱਟ ਜਾਂਦੀ, ਅਤੇ E 'ਤੇ ਜਾ ਕੇ ਘਟਣ ਤੋਂ ਬਾਅਦ ਜਦੋਂ ਆਪਾਂ F 'ਤੇ ਹੁੰਦੇ ਹਾਂ ਤਾਂ ਵੋਲਟੇਜ ਫੇਰ ਵਧਣੀ ਸ਼ੁਰੂ ਹੋ ਜਾਂਦੀ, ਕਿਉਂਕਿ ਦੂਜੇ ਪਾਸਿਓਂ ਸੋਰਸ ਵੱਲੋਂ ਆਉਣੀ ਸ਼ੁਰੂ ਹੋ ਗਈ ਵੋਲਟੇਜ, ਠੀਕ ਹੈ। E F ਅਤੇ G 'ਤੇ ਸਭ ਤੋਂ ਜ਼ਿਆਦਾ, ਉਸ ਤੋਂ ਬਾਅਦ ਵੋਲਟੇਜ V ਹੋ ਜਾਏਗੀ। ਹੁਣ ਤੁਸੀਂ ਡਾਇਗਰਾਮ ਦੇ ਵਿੱਚ ਦੇਖੋਗੇ ਕਿ ਜਿਹੜੀ E ਆ, ਜਿਹੜਾ ਪੁਆਇੰਟ E ਆ, ਇਹਨੂੰ ਦੋਨਾਂ ਪਾਸੇ ਤੋਂ ਸਪਲਾਈ ਮਿਲ ਰਹੀ ਆ X Y, ਮਤਲਬ ਰਾਈਟ ਸਾਈਡ ਤੋਂ ਵੀ ਸਪਲਾਈ ਆ ਰਹੀ ਆ ਅਤੇ ਲੈਫਟ ਸਾਈਡ ਤੋਂ ਆ ਰਹੀ ਆ। ਹੁਣ ਕਹਿੰਦਾ ਆਲ ਦਾ ਕਰੰਟਸ
tapped off between points A and E, minimum potential point will be supplied from the feeding point A, while those tapped off between B and E will supplied from the feeding point B। मतलब E ਤੋਂ ਇੱਧਰਲੇ ਰਾਈਟ ਸਾਈਡ ਵਾਲੇ B ਵੱਲੋਂ ਸਪਲਾਈ ਮਿਲਦੀ ਆ ਤੇ ਲੈਫਟ ਸਾਈਡ ਵਾਲਿਆਂ ਨੂੰ A ਤੋਂ ਸਪਲਾਈ ਮਿਲਦੀ ਹੈਗੀ। ਦਾ ਕਰੰਟ ਟੈਪ ਆਫ ਐਟ ਪੁਆਇੰਟ E itself will be partly supplied from A and partly supplied from B। ਮਤਲਬ ਜਿਹੜਾ E ਆ ਇਹਨੂੰ ਦੋਨਾਂ ਪਾਸਿਓਂ ਸਪਲਾਈ ਮਿਲੀ ਆ। ਕੁਛ ਇਹਨੂੰ ਮਤਲਬ 220 ਵੋਲਟੇਜ ਮਤਲਬ ਦੀ ਪੂਰੀ ਕਰਨੀ ਆਪਾਂ ਤੇ ਇਹਨੂੰ ਕੁਛ ਵੋਲਟੇਜ ਜਿਹੜੀ ਆ ਉਹ A ਵੱਲੋਂ ਮਿਲਦੀ ਆ ਸਪਲਾਈ ਤੇ ਕੁਛ ਮਿਲਦੀ ਆ B ਵੱਲੋਂ। ਜਾਂ ਕਹਿ ਸਕਦੇ ਜਿਹੜਾ ਕਰੰਟ ਆ ਮੰਨ ਲਓ ਇਹਦਾ ਸਪੋਜ਼ ਕਰੋ ਇਹਦਾ 50 ਐਂਪੀਅਰ ਕਰੰਟ ਇਹ ਵਾਲਾ ਲੋਡ ਹੈਗਾ ਜਾਂ 10 ਐਂਪੀਅਰ ਰੱਖੋ, 50 ਬਹੁਤ ਜ਼ਿਆਦਾ, 10 ਐਂਪੀਅਰ ਇਹਦਾ ਲੋਡ ਕਰੰਟ ਹੈਗਾ ਤਾਂ ਇਹਦੇ 10 ਵਿੱਚੋਂ ਕੁਛ ਕਰੰਟ ਜਿਹੜਾ ਇਹਨੂੰ A ਵੱਲੋਂ ਮਿਲਿਆ ਤੇ ਕੁਛ ਕਰੰਟ ਜਿਹੜਾ ਇਹਨੂੰ B ਵੱਲੋਂ ਮਿਲਿਆ ਅਕੋਰਡਿੰਗ ਟੂ ਡਾਇਗਰਾਮ। E ਪੁਆਇੰਟ ਨੂੰ ਪੁਆਇੰਟ ਦੋਨੇ ਪਾਸਿਓਂ ਫੀਡਿੰਗ ਹੋ ਰਹੀ ਹੈ, A ਵਾਲੇ ਪਾਸਿਓਂ ਵੀ ਹੋ ਰਹੀ ਤੇ B ਵਾਲੇ ਪਾਸਿਓਂ ਵੀ। ਦੇਅਰਫੋਰ ਕਹਿੰਦਾ I3 ਕਿੰਨਾ ਬਣੂਗਾ ਕਰੰਟ ਇਕੁਅਲ ਟੂ X ਪਲੱਸ Y ਤੇ I3 ਕਰੰਟ ਕਿੰਨਾ ਬਣ ਜੂਗਾ X ਤੇ Y ਦੋਨਾਂ ਪਾਸਿਓਂ ਦਾ ਜਿਹੜਾ ਕਰੰਟ ਹੋਇਆ। ਕਹਿੰਦਾ ਦੇਅਰਫੋਰ ਵੀ ਅਰਾਈਵ at a very important conclusion that at the point of minimum potential current comes from both ends of DC distribution calculation। ਮਤਲਬ ਜਦੋਂ ਮਤਲਬ ਜਿਹੜਾ ਇਸ ਪੁਆਇੰਟ ਦੇ ਵਿੱਚ ਜਿਹੜਾ ਆ ਦੋਨੇ ਪਾਸਿਆਂ ਤੋਂ ਮਿਨੀਮਮ ਪੁਆਇੰਟ ਜਿਹੜਾ ਪੋਟੈਂਸ਼ੀਅਲ ਹੈ ਉਹਨੂੰ ਦੋਨਾਂ ਪਾਸਿਆਂ ਤੋਂ ਸਪਲਾਈ ਮਿਲੂਗੀ। ਹੋਊਗਾ ਮਿਨੀਮਮ ਪੋਟੈਂਸ਼ੀਅਲ, ਵੋਲਟੇਜ ਸਭ ਤੋਂ ਘੱਟ ਹੋਗੀ, ਸਾਰੇ ਪੁਆਇੰਟਸ ਨਾਲ ਵੋਲਟੇਜ ਇੱਥੇ ਘੱਟ ਹੋਏਗੀ ਪਰ ਇਹਨੂੰ ਸਪਲਾਈ ਜਿਹੜੀ ਆ ਕਰੰਟ ਜਿਹੜਾ ਦੋਨਾਂ ਪਾਸਿਆਂ ਤੋਂ ਸਪਲਾਈ ਹੋਏਗਾ। ਇਸ ਤਰ੍ਹਾਂ ਇਹਦਾ ਇੱਕ ਸਟੈਪ ਬਣਿਆ। ਆਪਾਂ ਅੱਗੇ ਪੜ੍ਹਦੇ ਦੂਜਾ ਵੀ। ਹੁਣ ਦੇਖੋ ਵਾਟ ਇਜ਼ ਪੁਆਇੰਟ ਆਫ ਮਿਨੀਮਮ ਪੋਟੈਂਸ਼ੀਅਲ। ਮਿਨੀਮਮ ਪੋਟੈਂਸ਼ੀਅਲ ਵਾਲਾ ਪੁਆਇੰਟ ਕੀ ਆ? ਕਹਿੰਦਾ ਇਟ ਇਜ਼ ਜਨਰਲੀ ਡਿਜ਼ਾਇਰ ਟੂ ਲੋਕੇਟ ਦਾ ਪੁਆਇੰਟ ਆਫ ਮਿਨੀਮਮ ਪੋਟੈਂਸ਼ੀਅਲ। ਆਮ ਤੌਰ 'ਤੇ ਕਹਿੰਦਾ ਤੁਹਾਨੂੰ ਫਿਗਰ ਦੇ ਮਤਲਬ ਪੇਪਰਾਂ ਵਿੱਚ ਵੀ ਅਗਲਾ ਪੁੱਛ ਸਕਦਾ ਡਾਇਗਰਾਮ ਦੇ ਕੇ ਜਾਂ ਨੂਮੈਰੀਕਲ ਦੇ ਕੇ ਕਿ ਵਾਟ ਇਜ਼ ਵੇਅਰ ਇਜ਼ ਦਾ ਮਿਨੀਮਮ ਪੋਟੈਂਸ਼ੀਅਲ। ਵੀ ਡਾਇਗਰਾਮ ਦੇ ਮੁਤਾਬਕ ਜਾਂ ਲੋਡ ਮਤਲਬ ਜੋ ਰਿਕੁਆਇਰਮੈਂਟ ਦੇ ਮੁਤਾਬਕ ਮਿਨੀਮਮ ਪੋਟੈਂਸ਼ੀਅਲ ਜਿਹੜਾ ਉਹ ਕਿਸ ਪੁਆਇੰਟ ਦੇ ਉੱਤੇ ਹੈਗਾ। ਕਹਿੰਦਾ ਦੇਅਰ ਇਜ਼ ਅ ਸਿੰਪਲ ਮੈਥਡ ਫॉर ਇਟ। ਕੰਸੀਡਰ ਅ ਡਿਸਟ੍ਰੀਬਿਊਟਰ AB having 3 concentrated loads I1 I2 I3 at point C D ਤੇ E। ਮਤਲਬ ਕਹਿੰਦਾ ਕੋਈ ਇੱਕ ਆਪਾਂ ਕੰਸੀਡਰ ਕਰਦੇ ਹਾਂ ਇਹਦੇ ਵਿੱਚ ਕਹਿੰਦਾ ਦੋਨਾਂ ਸਿਰਿਆਂ ਤੋਂ ਸਪਲਾਈ ਆ ਰਹੀ। ਦੇਖੋ ਥੱਲੇ ਪਾਸੇ ਫਿਗਰ ਨੰਬਰ 1 ਦੋਨਾਂ ਪਾਸੇ ਸਪਲਾਈ ਆ ਰਹੀ ਆ। V A ਤੋਂ ਵੀ ਆ ਰਹੀ ਆ, V B ਤੋਂ ਵੀ ਆ ਰਹੀ ਆ ਤੇ ਨਾਲ ਇਹਦੇ ਵਿੱਚ ਦੇਖੋ 3 ਇਹਦੇ ਜਿਹੜੇ ਆ ਕੰਜ਼ਿਊਮਰ ਕਹਿ ਲਓ ਜਾਂ ਲੋਡ ਪੁਆਇੰਟ ਹੈਗੇ, ਇੱਕ ਹੈ C, ਇੱਕ ਹੈ D ਤੇ ਇੱਕ ਹੈ E। ਠੀਕ ਹੈ ਜੀ। ਹੁਣ ਕਹਿੰਦਾ ਸਪੋਜ਼ ਦੈਟ ਕਰੰਟ ਸਪਲਾਈਡ ਬਾਏ ਫੀਡਿੰਗ ਐਂਡ A ਇਜ਼ IA। ਹੁਣ ਕਹਿੰਦਾ ਮੰਨ ਲਓ ਕਿ A ਸਾਈਡ ਤੋਂ ਜਿਹੜਾ ਕਰੰਟ ਫੀਡ ਹੋ ਰਿਹਾ ਉਹਨੂੰ ਆਪਾਂ IA ਨਾਮ ਲੈ ਕੇ ਚੱਲਦੇ ਹੈਗੇ ਆ। ਦੈਨ ਕਰੰਟ ਡਿਸਟ੍ਰੀਬਿਊਸ਼ਨ ਇਨ ਦਾ ਵੇਰੀਅਸ ਸੈਕਸ਼ਨ ਆਫ ਦਾ ਡਿਸਟ੍ਰੀਬਿਊਟਰ ਕੈਨ ਬੀ ਵਰਕਡ ਆਊਟ ਐਜ਼ ਸ਼ੋਨ ਇਨ ਫਿਗਰ 1। ਹੁਣ ਆਪਾਂ ਕਿੱਦਾਂ ਕੈਲਕੂਲੇਟ ਕਰਾਂਗੇ? ਦੇਖੋ ਪਹਿਲੇ ਵਿੱਚ ਕਰੰਟ ਕਿੰਨਾ IC, AC ਦੇ ਵਿੱਚ ਕਿੰਨਾ ਕਰੰਟ ਫਲੋ ਕੀਤਾ IA ਤੇ ਕਰੰਟ ਇਨ CD 'ਚ ਕਿੰਨਾ ਹੈਗਾ? ਦੇਖੋ CD ਦੇ ਵਿੱਚ ਕਿੰਨਾ IA ਮਾਈਨਸ I1। CD ਦੇ ਵਿੱਚ ਕਰੰਟ ਕਿੰਨਾ ਹੋਊਗਾ CD। ਹੁਣ ਆਪਾਂ ਦੇਖੋ ਧਿਆਨ ਨਾਲ ਆਪਾਂ ਲੈਫਟ ਸਾਈਡ ਤੋਂ ਚੱਲੇ ਸੀ, ਕਰੰਟ ਸੀਗਾ IA। ਇਸ IA ਦੇ ਵਿੱਚੋਂ C ਨੇ ਕਰੰਟ ਲੈ ਲਿਆ I1 ਤੇ CD ਦੇ ਵਿੱਚ ਕਰੰਟ ਕਿੰਨਾ ਹੋਊਗਾ IA ਮਾਈਨਸ I1। ਹੁਣ ਜਦੋਂ D ਪੁਆਇੰਟ ਤੇ ਪਹੁੰਚਾਂਗੇ ਉਹ ਕੀ ਬਣੂਗਾ? ਕਰੰਟ ਸੈਕਸ਼ਨ DE IDE ਇਕੁਅਲ ਟੂ ਹੁਣ IA ਵੀ ਜਿਹੜਾ ਪਿੱਛੋਂ ਕਰੰਟ ਆ ਰਿਹਾ ਸੀ IA ਮਾਈਨਸ ਹੋ ਗਿਆ I1 ਤੇ ਨਾਲ ਹੀ ਮਾਈਨਸ ਹੋ ਗਿਆ I2। ਹੁਣ ਇਹਦਾ ਮਤਲਬ ਜਿਹੜਾ DE ਸੈਕਸ਼ਨ ਆ ਉਹਦੇ ਵਿੱਚ A ਮਾਈਨਸ I1 ਮਾਈਨਸ I2। ਹੁਣ ਚੱਲੀਏ ਆਪਾਂ ਸੈਕਸ਼ਨ EB ਲਾਸਟ ਵਾਲਾ ਜਿਹੜਾ ਸੈਕਸ਼ਨ ਆ। ਹੁਣ ਇਹ IA ਤੋਂ ਚੱਲੇ ਸੀ ਆਪਾਂ ਪਹਿਲੇ ਸੈਕਸ਼ਨ 'ਚ IA, ਅਗਲੇ ਸੈਕਸ਼ਨ I1 ਨਿਕਲ ਗਿਆ, ਉਸ ਤੋਂ ਅਗਲੇ ਸੈਕਸ਼ਨ 'ਚ ਫਿਰ I2 ਵੀ ਨਿਕਲ ਗਿਆ, ਉਸ ਤੋਂ ਅਗਲੇ ਸੈਕਸ਼ਨ I3 ਵੀ ਨਿਕਲ ਗਿਆ। ਇਹਦਾ ਮਤਲਬ ਜਿਹੜਾ ਸੈਕਸ਼ਨ ਲਾਸਟ ਵਿੱਚ ਸੈਕਸ਼ਨ ਬਣਦਾ ਦੇਖੋ ਰਾਈਟ ਸਾਈਡ ਤੇ EB ਇਹਦੇ ਵਿੱਚ ਕਿੰਨਾ ਕਰੰਟ ਹੋਗਾ? ਕਰੰਟ IEB ਇਕੁਅਲ ਟੂ IA ਮੇਨ ਕਰੰਟ ਜਿਹੜਾ ਆ ਰਿਹਾ ਸੀ ਉਹਦੇ 'ਚੋਂ ਤਿੰਨੇ ਕਰੰਟ ਮਾਈਨਸ ਹੋ ਗਏ ਤਿੰਨੇ ਸੈਕਸ਼ਨਾਂ ਦੇ। ਪਹਿਲਾ ਲੋਡ ਪੁਆਇੰਟ ਸੀਗਾ I1 ਮਾਈਨਸ I1, ਦੂਜਾ ਹੈਗਾ I2 ਮਾਈਨਸ I2, ਤੀਜਾ ਹੈਗਾ I3 ਮਾਈਨਸ I3। ਇਹ ਜਿਹੜਾ ਜੋ ਵੈਲਿਊ ਆਊਗੀ ਕਰੰਟ ਇਨ ਸੈਕਸ਼ਨ IEB ਸੈਕਸ਼ਨ 'ਚ ਜੋ ਕਰੰਟ ਹੈ। ਹੁਣ ਕਹਿੰਦਾ ਵੋਲਟੇਜ ਡ੍ਰੌਪਸ ਬਿਟਵੀਨ A ਐਂਡ B। ਹੁਣ A ਤੇ B ਦੇ ਵਿੱਚ ਵੋਲਟੇਜ ਡ੍ਰੌਪਸ ਕੀ ਹੋਣਗੇ? ਕਹਿੰਦਾ ਵੋਲਟੇਜ ਡ੍ਰੌਪ ਓਵਰ AB ਜਿੰਨੇ ਟੋਟਲ ਇਹਦੇ ਵੋਲਟੇਜ ਡ੍ਰੌਪ ਹੋਣਗੇ। ਵੋਲਟੇਜ ਡ੍ਰੌਪ ਬਿਟਵੀਨ A ਐਂਡ B ਕਿੰਨਾ ਹੋਊਗਾ ਕਿ ਜਿੰਨਾ ਇਸ ਡਾਇਗਰਾਮ ਦੇ ਵਿੱਚ ਆਪਾਂ ਸ਼ੋ ਕਰੇ ਜਿੰਨਾ ਇਹਦਾ ਟੋਟਲ ਵੋਲਟੇਜ ਡ੍ਰੌਪ ਹੋਊਗਾ A ਤੋਂ ਲੈ ਕੇ B ਤੱਕ। ਠੀਕ ਹੈ ਜੀ। ਔਰ ਹੁਣ ਵੋਲਟੇਜ ਡ੍ਰੌਪ ਬਿਟਵੀਨ A ਐਂਡ B, ਵੋਲਟੇਜ ਡ੍ਰੌਪ ਬਿਟਵੀਨ A ਐਂਡ B ਕੀ ਹੋਊਗਾ? A ਵਾਲੀ ਵੋਲਟੇਜ VA ਇਹਦੇ 'ਚੋਂ ਮਾਈਨਸ ਕਰਦੇ ਹਾਂ VB, ਬਾਕੀ ਇਹਦੇ ਵਿੱਚ ਵੋਲਟੇਜ ਹੈਗੀ
ध्यान नाल देखो डायग्राम दे लैफ्ट साइड वाली डायग्राम दे ए पॉइंट है, ठीक है। इत्थे जिन्नी वोल्टेज हैगी आ जो आप बी तक पहुँचना तो जोड़े ड्रॉप्स अपने माइनस करने पैने आ, ठीक है। ਇਹਦਾ मतलब देखो कहता वोल्टेज ड्रॉप बिटवीन ए एंड बी। हुण ए तो लैके बी तक वोल्टेज ड्रॉप कितने होए, वोल्टेज वी ए माइनस वोल्टेज वी बी। वोल्टेज वी ए क्योंकि आप कंसिडर किया ए वाले पासों एंटर किया है ना, आप वोल्टेज दूजे पासे भी हैगी आ पर आप कंसिडर किया भी आप ए वाले पासों एंटर कर रहे हैं। हुण उस हिसाब नाल कहंदा कि अगर आप देखिए तो वोल्टेज वी माइनस वी ए साइड की वोल्टेज वी ए जिन्होंने आप कहने तो वी बी दूजे साइड की वोल्टेज दोनों को माइनस कर दी तो उन्हें टोटल वोल्टेज ड्रॉप बनते हैं। तो वोल्टेज ड्रॉप तुसीं पहलां देख चुके आप कैलकुलेट कर चुके हैं कि उस पर्टिकुलर सैक्शन की रजिस्टेंस इंटू करंट, रजिस्टेंस करंट या करंट इंटू रजिस्टेंस फिर करंट इंटू रजिस्टेंस फिर जे करंट तो रजिस्टेंस को जो मल्टीप्लाई कर दिए तो बन जाते वोल्टेज ड्रॉप उस पर्टिकुलर सैक्शन के, ठीक है। इस तरह आप जी कैलकुलेशन कर सकते हैं। ये आप देखो अगे पढ़ते हैं फ्रॉम दिस इक्वेशन द अननोन आई ए। हुण एक इक्वेशन बन जो तुसीं न्यूमेरिकल करोगे सॉल्व करोगे, देखो एक इक्वेशन बन गई। ये वी माइनस वी जीरो भी हो सकता क्योंकि इक्वल वोल्टेज जो आप इक्वल वोल्टेज मन के चलते हैं तो ये जीरो होएगी। अगर वोल्टेज डिफरेंस होएगा कोई एक पासे 230 है दूजी 220 है तो ये इतने वैल्यू हो जाएगी 10। वोल्टेज ड्रॉप के बराबर हो गए, आप सारा ले लिया। हुण कहता फ्रॉम दिस इक्वेशन द अननोन आई ए कैन बी कैलकुलेटेड एज द वैल्यू ऑफ देयर क्वांटिटीज आर जनरली गिवन। क्योंकि सारिया क्वांटिटीज दित्तियां आई ए की वैल्यू आप कहना फाइंड आउट कर सकते हैं। सपोज एक्चुअल डायरैक्शन ऑफ करंट इन द वेरियस सैक्शन ऑफ द डिस्ट्रीब्यूटर आर इंडिकेटेड एज शोन इन फिगर 2। हुण ये एक्चुअल कहता वोल्टेज जी आप दिखाई हुई द लोड पॉइंट वेयर द करंट आर कमिंग फ्रॉम बोथ साइड्स ऑफ द डिस्ट्रीब्यूशन इज द पॉइंट ऑफ मिनिमम पोटेंशियल दैट इज पॉइंट ई इन दिस केस। आप एक डायरैक्शन मार्क कर ली कोई भी, वो आप देखा भी ए वाले पासों सप्लाई गई, सी तो भी गई, डी तो भी अगे निकल गई, लेकिन ई तो दूजे पासों सप्लाई मिलनी शुरू हो गई। इसका मतलब ई पॉइंट के दोनों पासों सप्लाई आ रही है, ए वाले पासों आ रही है तो बी वाले। इसका मतलब ई पॉइंट इज़ द मिनिमम पोटेंशियल पॉइंट। ई पॉइंट इज़ द मिनिमम जितों दोनों पासों सप्लाई होती है दैट इज़ द मिनिमम पोटेंशियल पॉइंट। इस डायग्राम के मुताबिक वो जो पॉइंट आ मिनिमम होएगा, मिनिमम वोल्टेज होएगी। हुण देखो इस केस में की कहता कि फीडिंग जी दोनों पॉइंट्स दोनों कॉर्नरस तो हो रही है, सप्लाई मिल रही है ए तो बी तो दोनों, बट वोल्टेज जी हुण अनइक्वल हो गई। बाकी इस केस के सारी कैलकुलेशन सेम पहला वांगू ही जो आप पहला सारी पढ़ी है, पर इतने जो वोल्टेज ड्रॉप बिटवीन ए एंड बी जी देखो लास्ट में लाइन जी लिखी है ना, वोल्टेज ड्रॉप बिटवीन ए एंड बी ये फर्क आ जाएगा क्योंकि इतने वोल्टेज जी हम ए की हैगी V1 तो बी की हैगी V2। वो उल्ट सीगा, वो दोनों बराबर से, इस करके वी माइनस वी लिखा सी ना जीरो, उन्हें V1 माइनस V2 इक्वल टू वोल्टेज ड्रॉप ओवर ए बी। टोटल जी वोल्टेज ड्रॉप आ वो जी इन्होंने दोनों का डिफरेंस होएगी। पहले वाले केस क्योंकि वोल्टेज इक्वल सी दोनों कॉर्नरस के उत्ते तद करके वो वैल्यू जीरो मन के चलते सी। हुण ये मान लो एक पासे 210 है एक पासे 220 है तो V माइनस V2 आ जाऊगा 10 वोल्ट्स। इस तरह जी आप कैलकुलेशन कर सकते हैं इक्वल वोल्टेजेस की ते अनइक्वल वोल्टेजेस। हुण देखो लास्ट आ गया रिंग डिस्ट्रीब्यूटर। हुण रिंग डिस्ट्रीब्यूटर की चीज़ आ आप पहला पढ़ लेने फिर तुहानूं समझाना। कहते डिस्ट्रीब्यूटर अरेंज टू फॉर्म ए क्लोज्ड लूप एंड फेड एट वन और मोर पॉइंट्स इज कॉल्ड ए रिंग डिस्ट्रीब्यूटर। सच ए डिस्ट्रीब्यूटर स्टार्ट्स फ्रॉम वन पॉइंट, मेक्स ए लूप थ्रू द एरिया टू बी सर्व्ड एंड रिटर्न टू द ओरिजिनल पॉइंट। मतलब ये केस की होंगे कहता जो आप एक सिरे तो सप्लाई शुरू करते हैं तो पूरे एरिया के घूम के वापस उस पॉइंट पर आन के सही सप्लाई जी पहुँच जाती हैगी। इनू आप रिंग मेन कहते हैं, रिंग डिस्ट्रीब्यूटर कहते हैं। फॉर द परपज़ ऑफ कैलकुलेटिंग वोल्टेज डिस्ट्रीब्यूशन द डिस्ट्रीब्यूशन कैन बी कंसिडर्ड एज कंसिस्टिंग ऑफ ए सीरीज़ ऑफ ओपन डिस्ट्रीब्यूटर फैड एट बोथ हैंड्स। कहता अगर आप इनू मतलब इस पूरे पॉइंट में जी रिंग बनी तुम डायग्राम थले देखते हैं, देखो 80 एम्पीयर एक पासे 240 ए पॉइंट से 240 सप्लाई आ रही है, फिर आप उपरों की घूमीए ए तो बी, बी तो सी, सी तो ए जो सैक्शन घूमीए। और अगर ए नू आप खोल दईए, सपोज करो कट के वायर खोल दिए तो इदा लगूगा जिदा ए बन गया डिस्ट्रीब्यूटर फैड एट बोथ हैंड्स विद इक्वल वोल्टेज। ध्यान नाल देखो डायग्राम थले रिंग जो बनया ए तो सप्लाई दे रही है, एक रिंग बनया हुआ ए तो सप्लाई दी, हुण जुड़िया होया रिंग बनी हुई है
पर अगर ਆਪਾਂ ਇਸ ਰਿੰਗ ਨੂੰ ਖੋਲ ਦਈਏ, ਮਤਲਬ A ਪੁਆਇੰਟ ਨੂੰ ਕੱਟ ਕੇ ਖੋਲ ਦਈਏ, ਦੋ ਹਿੱਸੇ ਕਰ ਦਈਏ, ਤਾਂ ਇਹ ਡਿਸਟਰੀਬਿਊਟਰ ਇੱਦਾਂ ਦਾ ਬਣ ਜਾਊਗਾ ਕਿ ਜਿੱਦਾਂ ਫੈਡ ਐਟ ਬੋਥ ਹੈਂਡਸ ਵਿਦ ਇਕੁਅਲ ਵੋਲਟੇਜ, 240 ਵੋਲਟੇਜ ਦੋਨਾਂ ਸਿਰਿਆਂ 'ਤੇ ਆ ਜਾਊਗੀ। ਇਸ ਤਰ੍ਹਾਂ ਇਹ ਡਿਸਟਰੀਬਿਊਟਰ ਜਿਹੜਾ ਰਿੰਗ ਡਿਸਟਰੀਬਿਊਟਰ ਹੈ। ਅੱਗੇ ਪੜ੍ਹੋ। ਦ ਮੋਸਟ ਸਿੰਪਲ ਕੇਸ ਆਫ ਰਿੰਗ ਡਿਸਟਰੀਬਿਊਟਰ ਇਜ਼ ਵਨ ਹੈਵਿੰਗ ਓਨਲੀ ਵਨ ਫੀਡਿੰਗ ਪੁਆਇੰਟ ਐਜ਼ ਸ਼ੋਨ ਇਨ ਫਿਗਰ। ਇੱਕ ਫੀਡਿੰਗ ਪੁਆਇੰਟ ਹੈ ਜਿੱਦਾਂ ਫਿਗਰ 'ਚ ਕਹਿੰਦਾ ਦਿਖਾਇਆ ਹੋਇਆ ਹੈ A ਪੁਆਇੰਟ। ਹੇਅਰ A ਇਜ਼ ਦਾ ਫੀਡਿੰਗ ਪੁਆਇੰਟ ਐਂਡ ਟੈਪਿੰਗ ਆਰ ਟੇਕਨ ਫਰੋਮ ਪੁਆਇੰਟ B ਐਂਡ C। A ਜਿਹੜਾ ਉਹ ਬਣ ਗਿਆ ਫੀਡਿੰਗ ਪੁਆਇੰਟ, ਅਤੇ B ਅਤੇ C ਤੋਂ ਆਪਾਂ ਟੈਪਿੰਗਸ ਜਿਹੜੀਆਂ ਲੈ ਲਈਆਂ, ਸਪਲਾਈ ਲੈ ਲਈ। ਫॉर द पर्पज़ ऑफ कैलकुलेशन द इक्वलेंट टू ए स्टेट डिस्ट्रीब्यूटर फैड एट बोथ हैंड्स विद इक्वल वोल्टेज। मतलब कैलकुलेशन परपज़ ਲਈ ਕਹਿੰਦਾ ਇਹਨੂੰ ਆਪਾਂ ਦੇਖ ਸਕਦੇ ਹਾਂ ਕਿ ਇੱਕ ਡਿਸਟਰੀਬਿਊਟਰ ਸਟੇਟ ਡਿਸਟਰੀਬਿਊਟਰ ਹੈਗਾ ਜਿਹੜੀ ਕਿ ਬੋਥ ਹੈਂਡਸ ਦੇ ਵਿੱਚ ਉਹਨੂੰ ਆਪਾਂ ਇਕੁਅਲ ਵੋਲਟੇਜ ਦੀ ਸਪਲਾਈ ਜਿਹੜੀ ਆ ਉਹ ਦਿੱਤੀ ਹੋਈ ਆ। ਇਸ ਤਰ੍ਹਾਂ ਇਹ ਆਪਾਂ ਕੈਲਕੂਲੇਸ਼ਨਸ ਵਗੈਰਾ ਸਾਰੀਆਂ ਕਰ ਸਕਦੇ ਹਾਂ, ਅਤੇ ਆਪਾਂ ਨੂੰ ਕੋਈ DC ਦੇ ਵਿੱਚ ਕੋਈ ਜ਼ਿਆਦਾ ਦਿੱਕਤ ਵੀ ਨਹੀਂ ਆਉਂਦੀ, ਕਿਉਂਕਿ DC ਵਿੱਚ ਜਿਹੜੀ ਆ ਸਿੱਧੀ ਡਾਇਰੈਕਟ ਅਲਜਬਰਿਕਲ ਸਮ ਹੁੰਦੇ ਆ, ਐਡ ਕਰ ਲੈਣਾ, ਸਬਟਰੈਕਟ ਕਰ ਦੇਣਾ, ਠੀਕ ਹੈ। ਬਟ ਜਦੋਂ ਆਪਾਂ AC ਪੜ੍ਹਦੇ ਹਾਂ ਉਦੋਂ ਦਿੱਕਤ ਆਉਂਦੀ ਹੈ ਕੈਲਕੂਲੇਸ਼ਨ ਕਰਨ 'ਚ, ਕਿਉਂਕਿ ਉਹਦੇ ਵਿੱਚ ਆਪਾਂ ਵੈਕਟਰ ਸਮ ਜਿਹੜੇ ਲੈ ਕੇ ਚੱਲਦੇ ਹਾਂ। ਇਹ 'ਤੇ ਅਲਜਬਰਿਕ ਆਪਾਂ ਐਡ ਕਰ ਲਿਆ, ਜਿੱਦਾਂ I1 + I2 + I3 + I4 V1 ਵਿੱਚੋਂ -V2 ਕਰ ਦਿੱਤਾ, ਮਤਲਬ ਸਿੱਧੀ ਕੈਲਕੂਲੇਸ਼ਨ ਅਲਜਬਰਿਕ ਜਿੱਦਾਂ ਕੈਲਕੂਲੇਸ਼ਨ ਕਰੀਏ। ਬਟ ਜਦੋਂ AC ਡਿਸਟਰੀਬਿਊਟ ਹੁੰਦੇ ਆ ਉਹਦੇ ਵਿੱਚ ਆਪਾਂ ਨੂੰ ਵੈਕਟਰਸ ਜਿਹੜੇ ਆ ਕਰਕੇ, ਵੈਕਟਰ ਦੇ ਹਿਸਾਬ ਨਾਲ ਆਪਾਂ ਸਮ ਕਰਕੇ ਐਡ ਕਰਕੇ, ਤਾਂ ਫਿਰ ਆਪਾਂ ਉਹਨਾਂ ਦੀ ਕੈਲਕੂਲੇਸ਼ਨ ਕਰਦੇ ਹਾਂ। ਇਹ ਡਿਫਰੈਂਸ ਹੈਗਾ ਦੋਨਾਂ ਸਿਸਟਮ ਦੇ ਵਿੱਚ।